एक शब्द की हाज़री लगी सी, ज़्यादा विदेश विच रहन करके मेल नहीं हुंदा। बेनती कीती सी, चलो जिन्ना समा लग गया मन तो करता है बहुत सुनीए। गुरु घर का सन्मान चिन्ह भाई साहब भाई सुच्चा सिंह जी नूं, सिंह साहबान ज्ञानी बलजीत सिंह जी आप जी ने गुरु शब्द की सांझ पाउणगे। जी आया नूं, जी आया नूं। थोड़ी देर तक भाई साहब भाई गुरभेज सिंह जी खालसा वो भी पहुँच रहे हैं, वो भी आप जी ना गुरु शब्द की सांझ पाउणगे। आप फतेह बुलाइए। वाहिगुरू जी का खालसा, वाहिगुरू जी की फतेह। वाहिगुरू जी जाको हर रंग लागो इस जुग में, सो कहियत है सूरा। आत्म जिणा सगल बस ताकै, जाका सतगुर पूरा। सगल द्वार को छाड़ कै, गह्यो तुहारो द्वार। बाहें गहे की लाज अस, गोविंद दास तुहार। दंडौत बंदन अनेक बार, सर्व कला समरथ। डोलन ते राखो प्रभु, नानक दे कर हथ। ज्यों बोलावह, त्यों बोलह स्वामी। कुदरत कवन हमारी, साध संग नानक जस गायो। जो प्रभ की अत प्यारी, जुगो जुग अटल। चवर छतर तख्त सिंहासन दे मालक, हाजरा हजूर जहरा जहूर, सर्व कला भरपूर। मीरान मीर पीरान पीर, धन धन साहिब सतगुरु श्री गुरु ग्रंथ साहिब सच्चे पातशाह महाराज जी दी पावन पवित्र हजूरी दे अंदर जितनियां भी संगतां जोड़ मिल बैठ रात्रि दे दीवाना दी हाजरी भर रहे हो, गुरु बख्शी फतेह प्रवान करो। कोई रसना विरबी वांझी ना रहे, सारे ही आखो जी वाहिगुरु जी का खालसा, वाहिगुरु जी की फतेह। संगत जी वाहिगुरु जी का खालसा, वाहिगुरु जी की फतेह। बोलिया करो। जदों आपां संगत विच आउंदे आ ना, इसे करके महापुरुष
ਰੱਬੀ ਰੂਹਾਂ ਸਾਨੂੰ ਇਹ ਤਾਕੀਦ ਕਰਦੀਆਂ ਨੇ ਕਿ ਵੱਧ ਤੋਂ ਵੱਧ ਸਤ ਸੰਗਤ ਕਰਿਆ ਕਰੋ। ਇਹ ਉਹ ਜਗ੍ਹਾ ਹੈ ਜਿੱਥੇ ਸਤ ਤੇ ਅਸਤ ਵਸਤੂ ਦਾ ਨਿਰਣਾ ਹੁੰਦਾ ਹੈ, ਜਿੱਥੇ ਸਤ ਵਸਤੂ ਦੀ ਲਖਤਾ ਹੁੰਦੀ ਹੈ। ਵਿਰਤੀ ਨਾਮ ਦੀ ਮਹਿਮਾ ਨੂੰ ਸੁਣ ਕਰਕੇ ਧਾਰਨ ਕਰ ਲੈਂਦੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਸੇ ਕਰਕੇ ਇਹਨੂੰ ਸਤ ਸੰਗਤ ਕਹਿੰਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਵਚਨ ਹੈ, ਸਤ ਸੰਗਤ ਕੈਸੀ ਜਾਣੀ ਹੈ ਜਿੱਥੈ ਏਕੋ ਨਾਮ ਵਖਾਣੀ ਹੈ। ਇਕੱਲਾ ਜੀਵ ਨਾਮ ਬਾਣੀ ਦਾ ਅਭਿਆਸ ਕਰੇ, ਗੁਰਮੰਤਰ ਦਾ ਅਭਿਆਸ ਕਰੇ, ਵਾਹਿਗੁਰੂ ਵਾਹਿਗੁਰੂ ਜਪੇ, ਇੱਕ ਅੱਖਰ ਵਾਰ-ਵਾਰ ਕੰਨਾਂ ਦੇ ਵਿੱਚ ਪਵੇਗਾ। ਸੰਗਤੀ ਤੌਰ ਤੇ ਤੁਸੀਂ ਸੰਗਤੀ ਰੂਪ ਦੇ ਵਿੱਚ ਗੁਰਬਾਣੀ ਪੜ੍ਹੋਗੇ, ਸੰਗਤੀ ਰੂਪ ਵਿੱਚ ਤੁਸੀਂ ਗੁਰਮੰਤਰ ਦਾ ਜਾਪ ਅਭਿਆਸ ਕਰੋਗੇ। ਤੁਸੀਂ ਇੱਕ ਵਾਰ ਜਪੋਗੇ, ਪਰ ਜਿਹੜੇ ਤੁਹਾਡੇ ਸੰਗੀ ਨੇ ਨਾਲ ਰੱਬੀ ਰੂਹਾਂ, ਉਹਨਾਂ ਦੇ ਮੂੰਹੋਂ ਨਿਕਲਿਆ ਹੋਇਆ ਆਵਾਜ਼ਾਂ ਵੀ ਤੁਹਾਡੇ ਕੰਨਾਂ ਦੇ ਵਿੱਚ ਪਵੇਗਾ। ਇੱਕ ਵੇਵ ਉੱਠੇਗੀ, ਉਹ ਤੁਹਾਡੇ ਹਿਰਦੇ ਰੂਪੀ ਘਰ ਨੂੰ ਟੁੰਬੇਗੀ, ਉਹਨੂੰ ਸਾਫ਼ ਕਰੇਗੀ। ਇੱਕ ਵਾਰ ਕਹਿਣ ਦੇ ਨਾਲ ਵਾਹਿਗੁਰੂ ਜੀ, ਕਿਤਨੀਆਂ ਆਵਾਜ਼ਾਂ ਤੁਹਾਡੇ ਕੰਨਾਂ ਦੇ ਵਿੱਚ ਸਰਵਣਾ ਦੇ ਵਿੱਚ ਪਵੇਗੀ। ਸਤ ਸੰਗਤ ਕਰਨ ਦੇ ਨਾਲ ਇਹ ਮਨੁੱਖਾ ਦੇਹੀ ਸਫਲ ਹੋ ਜਾਂਦੀ ਹੈ। ਸਤ ਸੰਗਤ ਕਰਨ ਦੇ ਨਾਲ ਸੰਗਤ ਜੀ ਨੇਤਰ ਪਵਿੱਤਰ ਹੋ ਜਾਂਦੇ ਨੇ। ਸਤ ਸੰਗਤ ਕਰਨ ਦੇ ਨਾਲ ਸ਼ਰਵਣ ਕੰਨ ਪਵਿੱਤਰ ਹੋ ਜਾਂਦੇ ਨੇ, ਨਾਸਿਕਾ ਪਵਿੱਤਰ ਹੋ ਜਾਂਦੀ ਹੈ, ਰਸਨਾ ਪਵਿੱਤਰ, ਹੱਥ ਪਵਿੱਤਰ। ਮਹਾਰਾਜ ਕਹਿੰਦੇ ਭਾਈ ਤੇਰੇ ਚਰਨ ਵੀ ਪਵਿੱਤਰ। ਭਾਈ ਗੁਰਦਾਸ ਸਾਹਿਬ ਜੀ ਦਾ ਪਾਵਨ ਵਚਨ ਹੈ, ਇਹ ਮਨੁੱਖਾ ਦਹੀ ਚਿਰਾਂ ਦੇ ਬਾਅਦ ਪ੍ਰਾਪਤ ਹੋਈ। ਜਿਹੜੇ ਜੀਵ ਗੁਰੂ ਦੀ ਚਰਨ ਸ਼ਰਨ ਦੇ ਵਿੱਚ ਚੱਲਦੇ ਨੇ, ਇਹ ਇਸ ਵਾਰੀ ਨੂੰ ਸਫਲ ਕਰ ਲੈਂਦੇ ਨੇ। ਭਾਈ ਸਾਹਿਬ ਜੀ ਦਾ ਪਾਵਨ ਵਚਨ ਹੈ, ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕੈ। ਲੋਚਨ ਅਮੋਲ ਗੁਰ ਦਰਸ ਅਮੋਲ ਦੇਖੇ, ਸ਼ਰਵਨ ਅਮੋਲ ਗੁਰ ਵਚਨ ਧਰਨ ਕੈ। ਨਾਸਿਕਾ ਅਮੋਲ ਗੁਰ ਚਰਨਾਰ ਬਿੰਦ ਵਾਸਨਾ ਕੈ। ਰਸਨਾ ਅਮੋਲ ਗੁਰ ਮੰਤਰ ਸਿਮਰਨ ਕੈ। ਹਸਤ ਅਮੋਲ ਗੁਰਦੇਵ ਸੇਵਕਾ ਸਫਲ। ਚਰਨ ਅਮੋਲ ਪ੍ਰਦਕਸ਼ਨਾ ਕਰਨ ਕੈ। ਸਾਰੇ ਸਫਲ ਹੋ ਜਾਂਦੇ ਨੇ। ਆਪ ਜੀ ਸਤ ਸੰਗਤ ਕਰ ਰਹੇ ਹੋ, ਮੈਂ ਬੇਨਤੀ ਕਰਾਂ ਕਿ ਜਿਤਨਾ ਚਿਰ ਆਪ ਜੀਆਂ ਨੇ ਇੱਥੇ ਬੈਠਣਾ ਹੈ, ਕੋਸ਼ਿਸ਼ ਕਰਿਆ ਜੀ ਮਨ ਬਿਰਤੀ ਇਕਾਗਰ ਕਰਕੇ ਇੱਥੇ ਬੈਠੇ ਹੋ। ਹਾਜ਼ਰੀ ਤਾਈਓ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲੱਗਦੀ ਹੈ। ਦੋ ਭਰਾ ਮਾਲਵੇ ਤੋਂ ਚੱਲੇ ਇਸ ਕਰਕੇ ਵੱਡੇ ਨੇ ਛੋਟੇ ਨੂੰ ਆਖਿਆ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਈਏ ਸ੍ਰੀ ਅਨੰਦਪੁਰ ਸਾਹਿਬ। ਧਿਆਨ ਦਿਆ ਜੀ, ਨੁਕਤਾ ਜੀ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਈਏ। ਦੋਨੋਂ ਤੁਰੇ, ਘੋੜਿਆਂ ਤੇ ਕਾਠੀਆਂ ਪਾਈਆਂ ਨੇ। ਰਸਤੇ ਦੇ ਵਿੱਚ ਮੇਲਾ ਲੱਗਿਆ ਹੋਇਆ। ਵੱਡਾ ਸੰਸਾਰਕ ਤੌਰ ਤੇ ਸਿਆਣਾ
ਛੋਟਾ ਆਖਣ ਲੱਗਾ, ਵੀਰ ਕਿਉਂ ਨਾ ਆਪਾਂ ਮੇਲਾ ਵੇਖ ਕੇ ਫਿਰ ਚਲੀਏ। ਵੱਡਾ ਆਖਣ ਲੱਗਾ, ਆਪਾਂ ਘਰ ਤੋਂ ਇਹ ਕਹਿ ਕੇ ਤੁਰੇ ਹਾਂ ਕਿ ਅਸੀਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨੇ ਨੇ। ਛੋਟਾ ਆਖਣ ਲੱਗਾ, ਵੀਰੇ ਦਰਸ਼ਨ ਆਪਾਂ ਮੇਲਾ ਵੇਖ ਕੇ ਵੀ ਤਾਂ ਕਰ ਸਕਦੇ ਆ ਨਾ। ਗੱਲ ਕਿੱਥੇ ਮੁੱਕੀ? ਵੱਡਾ ਅੱਗੇ ਤੁਰ ਜਾਂਦਾ ਤੇ ਛੋਟਾ ਮੇਲਾ ਵੇਖਦਾ ਪਿਆ ਜੀ। ਛੋਟਾ ਜਦੋਂ ਮੇਲੇ ਦੇ ਵਿੱਚ ਘੁੰਮਦਾ, ਉਹਦੀ ਨਿਗਾਹ ਪਈ ਜਿੱਥੇ ਕਠਪੁਤਲੀਆਂ ਦਾ ਨਾਚ, ਉਹ ਖੇਡ ਵਿਖਾਈ ਜਾਂਦੀ ਆ। ਵੱਡਾ ਪਹੁੰਚ ਗਿਆ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ। ਵੱਡਾ ਜਾ ਕਰਕੇ ਮਹਾਰਾਜ ਜੀ ਦੇ ਦਰਸ਼ਨ ਕਰਦਾ ਪਿਆ। ਛੋਟਾ ਕਠਪੁਤਲੀਆਂ ਦਾ ਨਾਚ ਵੇਖਦਾ ਪਿਆ। ਵੱਡੇ ਨੇ ਆਖਿਆ, ਮਹਾਰਾਜ ਜੀ ਦੇ ਦਰਸ਼ਨ ਕਰਕੇ ਸੱਚੇ ਪਾਤਸ਼ਾਹ ਜੀ, ਛੋਟਾ ਵੀ ਨਾਲ ਆਇਆ ਸੀ, ਪਰ ਰਸਤੇ ਦੇ ਵਿੱਚ ਮੇਲਾ ਲੱਗਿਆ ਸੀ, ਉਹ ਮੇਲਾ ਵੇਖਣ ਲੱਗ ਪਿਆ। ਮੈਂ ਉਹਨੂੰ ਮਨਾ ਕਰਤਾ ਕਿ ਮੈਂ ਮੇਲਾ ਨਹੀਂ ਵੇਖਣਾ, ਮੈਂ ਮਹਾਰਾਜ ਜੀ ਦੇ ਦਰਸ਼ਨ ਕਰਨੇ ਨੇ। ਪਰ ਉਸ ਦਰਬਾਰ ਦੇ ਵਿੱਚ ਬੈਠੇ ਹੋਏ ਜਿਹੜਾ ਵੱਡੇ ਦਾ ਧਿਆਨ ਹੈ ਉਹ ਛੋਟੇ ਦੇ ਵਿੱਚ ਹੈ। ਮਹਾਰਾਜ ਜੀ ਦੇ ਦਰਬਾਰ ਵਿੱਚ ਬੈਠਾ ਸਰੀਰ ਕਰਕੇ ਆ, ਪਰ ਮਨ ਵਿਰਤੀ ਛੋਟੇ ਦੇ ਕੋਲ ਹੈ ਪੁੱਜੀ ਹੋਈ। ਪਤਾ ਨਹੀਂ ਕੀ ਖਾਂਦਾ ਹੋਵੇਗਾ, ਮੇਲੇ ਦੇ ਵਿੱਚ ਕੀ ਕਰਦਾ ਹੋਵੇਗਾ, ਬੜਾ ਆਨੰਦ ਲੈਂਦਾ ਹੋਵੇਗਾ। ਸੰਸਾਰਿਕ ਤੌਰ ਤੇ, ਸਰੀਰਕ ਤੌਰ ਤੇ ਮਹਾਰਾਜ ਜੀ ਦੇ ਕੋਲ ਬੈਠਾ। ਮਹਾਰਾਜ ਜੀ ਨੂੰ ਕਹਿ ਵੀ ਰਿਹਾ, ਮਹਾਰਾਜ ਜੀ ਉਹ ਨਹੀਂ ਆਇਆ, ਉਹ ਕਹਿੰਦਾ ਮੈਂ ਮੇਲਾ ਵੇਖ ਕੇ ਆਵਾਂਗਾ। ਪਰ ਜਿਹੜਾ ਛੋਟਾ ਆ, ਜਦੋਂ ਉਹਨੇ ਕਠਪੁਤਲੀਆਂ ਦਾ ਨਾਚ, ਉਹ ਖੇਡ ਵੇਖੀ ਹੈ ਨਾ, ਜਦੋਂ ਉਹ ਖਿਡਾਵੇ, ਉਹ ਨਾਚ ਦੱਸਣ ਵਾਲੇ ਉਹਨਾਂ ਕਠਪੁਤਲੀਆਂ ਦਾ ਗੁੱਡੀਆਂ ਦੀ ਜਿਹੜੀ ਡੋਰ ਹੁੰਦੀ ਉਹਨੂੰ ਖਿੱਚਦੇ ਨੇ ਨਾ, ਉਹਨਾਂ ਦੇ ਖਿੱਚਣ ਦੇ ਅਨੁਸਾਰ ਹੀ ਉਹ ਗੁੱਡੀਆਂ ਘੁੰਮਦੀਆਂ ਨੇ। ਜਿੱਧਰ ਉਹ ਖਿੱਚਦੇ ਨੇ ਉਧਰੋਂ ਖਿੱਚੀਆਂ ਜਾਂਦੀਆਂ ਨੇ, ਘੁੰਮ ਜਾਂਦੀਆਂ ਨੇ। ਵੇਖੋ ਛੋਟੇ ਦੇ ਮਨ ਦੇ ਵਿੱਚ ਵਿਚਾਰ ਕੀ ਆਈ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜਿਸ ਤਰ੍ਹਾਂ ਇਹਨਾਂ ਕਠਪੁਤਲੀਆਂ ਦੀ ਜਿਹੜੀ ਡੋਰ ਹੈ ਇਹਨਾਂ ਦੇ ਮਾਲਕ ਦੇ ਹੱਥ ਵਿੱਚ ਹੈ ਨਾ, ਇਸ ਖਿਡਾਵੇ ਦੇ ਹੱਥ ਵਿੱਚ ਹੈ। ਸੱਚੇ ਪਾਤਸ਼ਾਹ ਮਹਾਰਾਜ ਸਾਡੀ ਵੀ ਤਾਂ ਡੋਰ ਆਪ ਜੀ ਦੇ ਹੱਥ ਵਿੱਚ ਹੈ ਨਾ। ਮਨ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਗੱਲ ਕਰ ਰਿਹਾ ਉਹ ਛੋਟਾ ਵੀਰ। ਗੁਰਬਾਣੀ ਦਾ ਪਾਵਨ ਬਚਨ ਹੈ, ਪ੍ਰਭ ਡੋਰੀ ਹਾਥ ਤੁਮਾਰੇ। ਜਿਹੜੀ ਮਨ ਦੀ ਵਿਰਤੀ ਆ ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਟਿਕੀ ਹੋਈ ਹੈ। ਜਿਹੜੀ ਹਾਜ਼ਰੀ ਦਰਗਾਹ ਦੇ ਵਿੱਚ ਪ੍ਰਵਾਨੀ ਜਾਂਦੀ ਹੈ, ਸਰੀਰ ਕਰਕੇ ਵੀ ਜ਼ਰੂਰੀ ਹੈ, ਪਰ ਮਨ ਦਾ ਟਿਕਾਊ ਵੀ ਜ਼ਰੂਰੀ ਹੈ। ਰਹੋ ਵਿਚਾਰ ਆਪ ਜੀ ਨੂੰ ਭਲੀ ਭਾਂਤ ਵਿਦਿਤ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੀ ਬਦੌਲਤ, ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਅਤੀ ਸਤਿਕਾਰਯੋਗ ਮਹਾਪੁਰਸ਼ ਬਾਬਾ ਬਲਵਿੰਦਰ ਸਿੰਘ ਜੀ ਦੇ ਵੱਲੋਂ ਛੇਵੇਂ ਪਾਤਸ਼ਾਹ ਮਹਾਰਾਜ ਦਲ ਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰ ਉਪਕਾਰੀ, ਐਸੇ ਦੀਨ ਦਿਆਲ ਕਿਰਪਾਲੂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਤਿਨਾਂ ਦੇ ਅਨੰਨ ਸਿੱਖ ਭਾਈ ਸਾਹਿਬ ਭਾਈ ਬਾਬਾ ਸਿਲਵਰਾ ਜੀ, ਭਾਈ ਸਾਹਿਬ ਭਾਈ ਬਾਬਾ ਡੋਗਰ ਜੀ, ਤਿਨਾਂ ਦੇ ਸਬੰਧ ਵਿੱਚ ਪਾਵਨ ਅਸਥਾਨ ਤੇ ਜੋ ਸਾਲਾਨਾ ਜੋੜ ਮੇਲੇ ਚੱਲਦੇ ਨੇ, ਅਸੀਂ ਉਹਨਾਂ ਜੋੜ ਮੇਲਿਆਂ ਦੀ ਹਾਜ਼ਰੀ ਭਰ ਰਹੇ ਹਾਂ। ਇਹਨਾਂ ਮਹਾਪੁਰਸ਼ਾਂ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਗਿਆ ਮੰਨੀ, ਹੁਕਮ ਦੇ ਵਿੱਚ ਰਹੇ,
ਮਹਾਰਾਜ ਵੀ ਕਹਿੰਦੇ ਜਿਹਨੂੰ, ਲਾਹੌਰ ਤੋਂ ਫੌਜ ਚੜ ਕੇ ਆਉਂਦੀ ਆ, ਸੂਰਬੀਰਤਾ ਦੇ ਨਾਲ ਮੁਕਾਬਲਾ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਨਿਵਾਜੇ, ਪ੍ਰਸੰਨਤਾ ਦੇ ਪਾਤਰ ਬਣੇ। ਗੁਰਬਾਣੀ ਕਹਿੰਦੀ ਹੈ ਜਿਹੜੇ ਆਪਣੇ ਇਸ਼ਟ ਗੁਰੂ ਦੇ ਹੁਕਮ ਨੂੰ ਮੰਨਦੇ ਨੇ ਉਹਨਾਂ ਨੂੰ ਦਰਗਾਹ ਦੇ ਵਿੱਚ ਸਤਿਕਾਰ ਮਿਲਦਾ ਹੈ, ਢੋਈ ਮਿਲਦੀ ਹੈ, ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਅੱਜ ਉਹਨਾਂ ਮਹਾਂਪੁਰਸ਼ਾਂ ਦੀ ਪਾਵਨ ਯਾਦ ਦੇ ਵਿੱਚ ਅਸੀਂ ਸਾਰੇ ਜੋੜ ਮਿਲ ਬੈਠ ਆਪਣੇ ਸਮੇਂ ਨੂੰ, ਆਪਣੇ ਸਵਾਸਾਂ ਨੂੰ ਸਫਲਾ ਕਰ ਰਹੇ ਹਾਂ। ਦਾਸ ਨੂੰ ਸੰਗਤ ਦੇ ਵੱਲੋਂ ਹੁਕਮ ਹੋਇਆ ਸੀ ਕਿ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਦਾਦਾ ਜੀ ਦੀ ਕੋਈ ਵਾਰਤਾ, ਜੀਵਨ ਇਤਿਹਾਸ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਜੀਵਨ ਸੰਗਤ ਜੀ ਆਰੰਭ ਹੁੰਦਾ ਹੈ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। 2 ਸਾਲ ਦੇ ਨੇ ਜਦੋਂ ਮਾਤਾ ਜੀ ਚੜ੍ਹਾਈ ਕਰ ਜਾਂਦੇ ਨੇ, ਅਕਾਲ ਚਲਾਣਾ ਕਰ ਗਏ। 7 ਸਾਲ ਦੀ ਸੰਸਾਰਕ ਉਮਰ ਹੋਈ। ਪਿਤਾ ਜੀ ਭਾਈ ਹਰਦਾਸ ਜੀ ਉਹ ਅਕਾਲ ਚਲਾਣਾ ਕਰ ਜਾਂਦੇ ਨੇ। ਨਾਨੀ ਬਾਸਰਕੇ ਤੋਂ ਆਈ, ਆਣ ਕੇ ਭਾਈ ਹਰਦਾਸ ਜੀ ਦਾ ਸੰਸਕਾਰ ਹੋਇਆ। ਮਾਤਾ ਦਇਆ ਕੌਰ ਜੀ 2 ਸਾਲਾਂ ਦੇ ਨੂੰ ਛੱਡ ਕੇ ਚਲੇ ਗਈ, ਅਕਾਲ ਚਲਾਣਾ ਕਰ ਗਈ। 7 ਸਾਲ ਦੀ ਉਮਰ ਪਿਤਾ ਜੀ ਵੀ ਛੱਡ ਗਏ ਨੇ ਸਾਥ, ਅਕਾਲ ਚਲਾਣਾ ਕਰ ਗਏ। ਨਾਨੀ 5 7 10 15 20 ਦਿਨ ਚੂਨਾ ਮੰਡੀ ਲਾਹੌਰ ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਦਾ ਇਤਿਹਾਸ ਦੇ ਅਨੁਸਾਰ ਜਿਹੜਾ ਨਾਮ ਹੈ ਉਹ ਰਾਮਦਾਸ ਹੀ ਹੈ, ਪਰ ਇਤਿਹਾਸ ਕਹਿੰਦਾ ਕਿ ਵੱਡਾ ਹੋਣ ਕਰਕੇ, ਪਲੇਠੀ ਦੇ ਬਾਲਕ ਹੋਣ ਕਰਕੇ ਭਾਈ ਜੇਠਾ ਜੀ ਦੇ ਨਾਮ ਦੇ ਨਾਲ ਪੁਕਾਰੇ ਜਾਂਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਰਹੇ। ਇਸ ਸੋਚ ਦੇ ਨਾਲ ਸ਼ਾਇਦ ਕੋਈ ਚਾਚਾ, ਕੋਈ ਤਾਇਆ ਬੌੜ ਪਵੇ, ਕਹਿ ਦੇਵੇ ਕਿ ਤੁਸੀਂ ਫਿਕਰ ਨਹੀਂ ਕਰਨਾ, ਇਸ ਬਾਲਕ ਦੀ ਸਾਂਭ ਸੰਭਾਲ ਅਸੀਂ ਕਰਾਂਗੇ। ਜਦੋਂ ਕੋਈ ਨਹੀਂ ਨਾ ਬੋੜਿਆ ਸੰਗਤ ਜੀ, ਕੋਈ ਨਹੀਂ ਆਇਆ ਚਾਚਾ ਤਾਇਆ ਸ਼ਰੀਕੇ ਦੇ ਵਿੱਚੋਂ, ਉਦੋਂ ਫਿਰ ਨਾਨੀ ਨੇ ਆਪਣੇ ਦੋਤੇ ਨੂੰ ਆਖਿਆ ਕਿ ਬੇਟਾ ਜਿਤਨੇ ਵੀ ਤੇਰੇ ਕੱਪੜੇ ਨੇ ਉਹਨੂੰ ਇੱਕ ਝੋਲੇ ਦੇ ਵਿੱਚ ਪਾ, ਮੇਰੇ ਨਾਲ ਮੇਰੇ ਨਗਰ ਵਾਸਰ ਕੇ ਚੱਲ। ਨਾਨੀ ਦਾ ਕਿਹਾ ਮੰਨਿਆ। ਜਿਤਨੇ ਵੀ ਕੋਲ ਵਸਤਰ ਸਨ ਸਾਂਭੇ, ਤੁਰਨ ਲੱਗਦੇ ਨੇ। ਜਦੋਂ ਬੂਹੇ ਦੇ ਕੋਲ, ਦਰਵਾਜ਼ੇ ਦੇ ਕੋਲ ਬਾਹਰ ਨਿਕਲੇ, ਆਣ ਕੇ ਨਾਨੀ ਆਖਣ ਲੱਗੀ, ਬੇਟਾ ਹੁਣ ਇਸ ਘਰ ਦੇ ਦਰਵਾਜ਼ੇ ਨੂੰ ਬੰਦ ਕਰ ਦੇ, ਜਿੰਦਰਾ ਮਾਰ ਦੇ। ਸੰਗਤ ਜੀ ਘਰ ਛੱਡਣਾ ਬੜਾ ਔਖਾ ਜੇ। ਸੁਰਤੀ ਬਿਰਤੀ ਇਤਿਹਾਸ ਦੇ ਨਾਲ ਲੈ ਕੇ ਜਾਓ, ਉਸ ਵਾਰਤਾ ਨੂੰ ਮਹਿਸੂਸ ਕਰਕੇ ਵੇਖੋ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਵਾਸਤੇ ਪੂਰਨੇ ਪਾਏ ਨੇ। ਹਰੇ ਸਰੂਪ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਮਹਾਰਾਜ ਜੀ ਸਮਰੱਥ ਨੇ, ਦਰਗਾਹ ਦੇ ਮਾਲਕ ਨੇ। ਜੇ ਚਾਹੁੰਦੇ ਤਾਂ ਇਹ ਭਾਣਾ ਟਾਲ ਸਕਦੇ ਸਨ, ਪਰ ਸਾਡੀ ਸੰਸਾਰੀ ਜੀਵਾਂ ਦੀ ਅਲਪੱਗ ਸੋਚ ਨੂੰ ਸੇਧ ਦੇਣ ਦੇ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਸਾਰਾ ਕੌਤਕ ਰਚਦੇ ਨੇ। ਜਦੋਂ ਬਾਲਕ ਜੇਠੇ ਨੇ ਦਰਵਾਜ਼ਾ ਬੰਦ ਕੀਤਾ, ਜਿੰਦਰਾ ਮਾਰਿਆ, ਨਾਨੀ ਦੀ ਉਂਗਲ ਫੜੀ। ਦਾਨੇ ਕਹਿੰਦੇ ਨੇ ਜਦੋਂ ਤੱਕ ਤੁਰਦੇ ਜਾ ਰਹੇ ਨੇ, ਘਰ ਦਿਸਣਾ ਨਹੀਂ ਹਟਿਆ ਨਾ, ਅੱਖਾਂ ਤੋਂ ਪਰੋਖੇ ਨਹੀਂ ਹੋਇਆ।
ਵਾਰ-ਵਾਰ ਪਿੱਛੇ ਆਪਣੇ ਘਰ ਦੇ ਵੱਲ ਮੁੜ ਕੇ ਵੇਖਦੇ ਨੇ। ਬਾਸਰ ਕੇ ਗਏ। ਨਾਨਕਾ ਪਰਿਵਾਰ ਕੋਈ ਬਹੁਤਾ ਅਮੀਰ ਨਹੀਂ, ਸਹਿੰਦਾ ਨਹੀਂ। ਉਪਜੀਵਕਾ ਦੇ ਵਾਸਤੇ ਨਾਨੀ ਘੁੰਗਣੀਆਂ ਉਵਾਲ ਦਿੰਦੀ ਆ ਤੇ ਕਿਰਤ ਸ਼ੁਰੂ ਕੀਤੀ ਘੁੰਗਣੀਆਂ ਵੇਚਣ ਦੀ। ਬਾਲਕ ਜੇਠਾ ਘੁੰਗਣੀਆਂ ਵੇਚ ਕੇ ਜਿਤਨੀ ਵਟਕ ਮਿਲਦੀ ਹੈ, ਵੱਟੀ ਜਾਂਦੀ ਹੈ, ਉਹ ਸਾਰੀ ਵਟਕ ਲਿਆ ਕਰਕੇ ਨਾਨੀ ਨੂੰ ਫੜਾ ਦਿੰਦੇ ਨੇ। ਸੰਗਤ ਜੀ, ਇਤਿਹਾਸ ਕਹਿੰਦਾ ਹੈ 10 ਸਾਲ ਬਾਲਕ ਜੇਠਾ ਨਗਰ ਵਾਸਤਰਕੇ ਦੇ ਵਿੱਚ ਰਹੇ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਗਿਆ ਦੇ ਨਾਲ ਬਾਬਾ ਅਮਰਦਾਸ ਜੀ ਨੇ, ਹਾਲੇ ਗੁਰਤਾ ਗੱਦੀ ਨਹੀਂ ਮਿਲੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ, ਸ਼੍ਰੀ ਗੋਇੰਦਵਾਲ ਸਾਹਿਬ ਵਸਾਇਆ। ਜਦੋਂ ਸੇਵਾ ਸੰਪੂਰਨ ਹੋਈ, ਨਿਗਾਹ ਦੇ ਵਿੱਚ ਪ੍ਰਵਾਨੇ ਗਏ। ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਬਣੇ, ਗੁਰਤਾ ਗੱਦੀ ਦੇ ਤਖਤ ਤੇ ਸੁਭਾਏਮਾਨ ਹੋਏ। ਮਹਾਰਾਜ ਜੀ ਦੀ ਆਗਿਆ ਦੇ ਨਾਲ ਖਡੂਰ ਸਾਹਿਬ ਛੱਡ ਕੇ ਸ਼੍ਰੀ ਗੋਇੰਦਵਾਲ ਸਾਹਿਬ ਆਏ। ਮਹਾਰਾਜ ਜੀ ਦੇ ਹੁਕਮ ਦੇ ਨਾਲ ਸਾਰਾ ਪਰਿਵਾਰ ਸ਼੍ਰੀ ਗੋਇੰਦਵਾਲ ਸਾਹਿਬ ਲਿਆਂਦਾ ਗਿਆ। ਉੱਥੇ ਭਾਈ ਜੇਠਾ ਜੀ ਵੀ ਨਾਲ ਬਾਸਰਕੇ ਤੋਂ ਸ਼੍ਰੀ ਗੋਇੰਦਵਾਲ ਸਾਹਿਬ ਆ ਜਾਂਦੇ ਨੇ। ਆਪਣੀ ਕਿਰਤ ਨਹੀਂ ਛੱਡੀ। ਭਾਈ ਜੇਠਾ ਜੀ ਇੱਕ ਗੱਲ ਨੂੰ ਬੜੇ ਗੌਰ ਦੇ ਨਾਲ ਤੱਕਦੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਲੰਗਰਾਂ ਦੇ ਵਿੱਚ ਲੰਗਰ ਪ੍ਰਸ਼ਾਦਾ ਅਟੁੱਟ ਵਰਤਦਾ ਹੈ, ਪਰ ਸੱਚੇ ਪਾਤਸ਼ਾਹ ਮਹਾਰਾਜ ਜੋ ਉਹਨਾਂ ਦੀ ਕਿਰਤ ਹੈ, ਉਸ ਵਕਤ ਦੀ ਹੱਟੀ ਦੀ ਜੋ ਪੁੱਤਰ ਕਰਦੇ ਨੇ, ਉਸ ਕਿਰਤ ਦੇ ਵਿੱਚ ਉਹ ਲੰਗਰ ਪ੍ਰਸ਼ਾਦਾ ਮਹਾਰਾਜ ਜੀ ਛਕਦੇ ਨੇ। ਭਾਈ ਜੇਠਾ ਜੀ ਵੀ ਸੰਗਤ ਜੀ ਆਪਣੀ ਕਿਰਤ ਕਰਦੇ ਨੇ, ਕਿਰਤ ਛੱਡਦੇ ਨਹੀਂ। ਕਿਰਤ ਨਹੀਂ ਛੱਡੀ, ਘੁੰਗਣੀਆਂ ਵੇਚਦੇ ਨੇ, ਪਰ ਜਿੱਥੇ ਕਿਰਤ ਵੀ ਕਰਦੇ ਨੇ ਨਾ, ਗੁਰਬਾਣੀ ਦਾ ਪਾਵਨ ਬਚਨ ਮਹਾਰਾਜ ਕਹਿੰਦੇ ਗੁਰਸਿੱਖ ਨੇ ਆਪਣੀ ਕਿਰਤ ਨਹੀਂ ਤਿਆਗਣੀ। ਪਰ ਜਿਹੜਾ ਮੁੱਢਲਾ ਫਰਜ਼ ਹੈ ਨਾ, ਪਰਮਾਤਮਾ ਦਾ ਨਾਮ ਜਪਣਾ, ਸਿਮਰਨ ਕਰਨਾ ਤੇ ਸੇਵਾ ਕਰਨੀ, ਇਹ ਦੋ ਥੰਮਲੇ ਨੇ ਨਾ ਗੁਰਸਿੱਖੀ ਦੇ। ਸੇਵਾ ਤੇ ਸਿਮਰਨ ਹਰ ਇੱਕ ਗੁਰਸਿੱਖ ਦੇ ਵਾਸਤੇ ਜ਼ਰੂਰੀ ਹੈ। ਭਾਈ ਜੇਠਾ ਜੀ ਵੀ ਸੇਵਾ ਵੀ ਕਰਦੇ ਨੇ, ਸਿਮਰਨ ਵੀ ਕਰਦੇ ਨੇ, ਪਰ ਕਰਦੇ ਨੇ ਪ੍ਰੇਮ ਦੇ ਨਾਲ। ਫਿਰ ਫਲੀ ਭੂਤ ਉਦੋਂ ਹੀ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਨਾਮਾ ਕਹੈ ਤਿਲੋਚਨਾ ਮੁਖ ਤੇ RAM ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਜਿਹੜੇ ਕਹਿੰਦੇ ਨੇ ਨਾ ਸਾਡੇ ਕੋਲ ਨਾਮ ਜਪਣ ਵਾਸਤੇ ਸਮਾਂ ਨਹੀਂ, ਮਹਾਰਾਜ ਕਹਿੰਦੇ ਨਹੀਂ, ਸਮਾਂ ਤਾਂ ਆਹ ਤੁਕ ਨੂੰ ਪੜ੍ਹ ਲੈ ਭਾਈ, ਇਹ ਪੰਕਤੀ ਪੜੋ। ਬਹਾਨੇ ਨਾ ਲਾਇਆ ਕਰੋ ਵੀ ਸਾਡੇ ਕੋਲ ਸਮਾਂ ਨਹੀਂ। ਸਮਾਂ ਬਹੁਤ ਹੈ, ਹਰ ਇੱਕ ਦੇ ਕੋਲ ਹੈ। ਉਹ ਅਲੱਗੀ ਗੱਲ ਹੈ, ਜਿਹੜਾ ਇਹ ਸਰੀਰ ਦੇ ਵਿੱਚ ਸਵਾਸਾਂ ਦਾ ਸਮਾਂ ਆ, ਉਹਦੀ ਇੱਕ ਸੀਮਾ ਆ, ਉਹਦੀ ਇੱਕ ਸੀਮਾ ਆ। ਚੇਤਾ ਰੱਖਿਆ ਜੀ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਜਿਹੜਾ ਕੰਮ ਭਾਈ ਤੂੰ ਕੱਲ ਕਰਨਾ ਉਹ ਹੁਣ ਅਵੀ ਕਰ। ਪਤਾ ਨਹੀਂ ਕਦੋਂ ਇਸ ਭਾਂਡੇ ਦੇ ਵਿੱਚੋਂ ਸਵਾਸਾਂ ਦੀ ਪੂੰਜੀ ਖਤਮ ਹੋ ਜਾਵੇ। ਕਬੀਰ ਕਾਲ ਕਰੰਤਾ ਅਬ ਹੈ ਕਰ ਅਬ ਕਰਤਾ ਸੋਇ ਤਾਲ, ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਕਿਸੇ ਨੂੰ ਨਹੀਂ ਪਤਾ ਕਿ ਅਖੀਰਲਾ ਸਵਾਸ ਕਦੋਂ, ਕਿਸ ਵਕਤ, ਕਿਸ ਸਥਾਨ ਤੇ ਹੋਵੇਗਾ, ਨਹੀਂ ਪਤਾ। ਬਹਾਨੇ ਨਾ ਮਾਰਿਆ ਕਰੋ। ਮਹਾਰਾਜ ਕਹਿੰਦੇ ਕੰਮ ਕਰਦੇ ਵਕਤ ਵੀ
ਆਪਣੇ ਹੱਥਾਂ ਦੇ ਨਾਲ ਆਪਣੀ ਰੋਜੀ ਦਾ ਪ੍ਰਬੰਧ ਕਰ ਲਿਆ ਕਰੋ। ਆਪਣੇ ਚਿੱਤ ਨੂੰ, ਆਪਣੇ ਮਨ ਨੂੰ ਪ੍ਰਮਾਤਮਾ ਦੇ ਨਾਲ ਜੋੜ ਕੇ ਰੱਖਿਆ ਕਰੋ। ਨਾਮ ਸਿਮਰਿਆ ਕਰੋ। ਬੜੀਆਂ ਬਰਕਤਾਂ ਨੇ ਨਾਮ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰੀਏ ਨਾ, ਮਹਾਰਾਜ ਕਹਿੰਦੇ ਭਾਈ ਜੇ ਆਨੰਦ ਦੀ ਪ੍ਰਾਪਤੀ ਕਰਨੀ ਹੈ ਤਾਂ ਨਾਮ ਜਪਿਆ ਕਰੋ, ਸਿਮਰਨ ਕਰਿਆ ਕਰੋ। ਪਾਤਸ਼ਾਹ ਜੀ ਦਾ ਪਾਵਨ ਵਚਨ ਹੈ ਸੋਰਠ ਰਾਗ ਦੇ ਅੰਦਰ। ਮਹਾਰਾਜ ਕਹਿੰਦੇ ਨੇ ਜਾ ਕੈ ਸਿਮਰਨ ਹੋਏ ਆਨੰਦਾ। ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਜਾ ਕੈ ਸਿਮਰਨ ਹੋਏ ਆਨੰਦਾ। ਹੁਣ ਸਿਮਰਨ ਕਰਨਾ ਕਿੱਥੋਂ ਤੇ ਇਹ ਸਿਮਰਨ ਦਾ ਜਿਹੜਾ ਸ਼ਬਦ ਆ ਲੈਣਾ ਕਿੱਥੋਂ ਹੈ? ਇਹਦੀ ਵੀ ਇੱਕ ਮਰਿਆਦਾ ਗੁਰੂ ਨੇ, ਗੁਰੂ ਪੰਥ ਨੇ ਸੰਗਤ ਜੀ ਬੰਨੀ ਹੋਈ ਹੈ। ਗੁਰਸਿੱਖ ਨੇ ਨਾਮ ਦੀ ਦੀਖਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਅਤੀ ਸਤਿਕਾਰਯੋਗ ਪੰਜ ਪਿਆਰੇ ਸਹਿਬਾਨ ਤੋਂ ਅੰਮ੍ਰਿਤ ਛਕ ਕੇ ਲੈਣੀ ਹੈ। ਕਹਿਣ ਤੋਂ ਭਾਵ ਕਿ ਭਾਈ ਗੁਰੂ ਧਾਰਨ ਕਰਨਾ ਹਰ ਇੱਕ ਜੀਵ ਦੇ ਵਾਸਤੇ ਅਤੀ ਜ਼ਰੂਰੀ ਹੈ। ਅੰਮ੍ਰਿਤ ਛਕ ਕੇ ਨਾਮ ਦੀ ਦੀਖਿਆ ਪੰਜਾਂ ਤੋਂ ਲੈਣੀ ਹੈ। ਫਿਰ ਮਹਾਰਾਜ ਕਹਿੰਦੇ ਉਸ ਨਾਮ ਦਾ ਭਾਈ ਅਭਿਆਸ ਕਰਨਾ। ਹਰ ਰੋਜ਼ ਪਾਵਨ ਬਚਨ ਪੜ੍ਹਦੇ ਆ ਨਾ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਮਹਾਰਾਜ ਕਹਿੰਦੇ ਸਿਮਰਨ ਕਰਿਆ ਕਰੋ, ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਫਿਰ ਦੁੱਖ ਆਵੇ ਸੁੱਖ ਆਵੇ, ਇਹ ਆਪਣਾ ਅਸਰ ਨਹੀਂ ਦੱਸਦੇ। ਇੱਕ ਅਵਸਥਾ ਦੇ ਵਿੱਚ ਰਹਿੰਦਾ ਹੈ ਗੁਰਸਿੱਖ। ਮਹਾਰਾਜ ਕਹਿੰਦੇ ਜਾ ਕੈ ਸਿਮਰਨ ਹੋਏ ਆਨੰਦਾ। ਬਿਨ ਸਹਿ ਜਨਮ ਮਰਨ ਭੈ ਦੁਖੀ। ਚਾਰ ਪਦਾਰਥ ਨਵ ਨਿਧ ਪਾਵੈ। ਬਹੁਰ ਨਾ ਤ੍ਰਿਸ਼ਨਾ ਭੁਖੀ। ਤ੍ਰਿਸ਼ਨਾ ਦੀ ਭੁੱਖ ਮਿਟ ਜਾਂਦੀ ਹੈ। ਰਿੱਧੀਆਂ ਸਿੱਧੀਆਂ ਜੀਵ ਦੇ ਕੋਲ ਆ ਜਾਂਦੀਆਂ ਨੇ। ਧਰਮ ਅਰਥ ਕਾਮ ਮੋਖ ਚਾਰ ਪਦਾਰਥਾਂ ਦੀ ਪ੍ਰਾਪਤੀ ਗੁਰਸਿੱਖ ਨੂੰ ਹੋ ਜਾਂਦੀ ਹੈ। ਸੰਗਤ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਭਾਈ ਜੇਠਾ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਵੱਲ ਤੱਕਦੇ ਨੇ। ਸੱਚੇ ਪਾਤਸ਼ਾਹ ਜੀ ਹੱਥੀਂ ਕਿਰਤ ਕਰਕੇ ਉਹ ਪ੍ਰਸ਼ਾਦਾ ਛਕਦੇ ਨੇ। ਕਿਰਤ ਫਿਰ ਭਾਈ ਜੇਠੇ ਨੇ ਵੀ ਤਿਆਗੀ ਨੇ, ਉਹ ਵੀ ਕਿਰਤ ਕਰਦੇ ਨੇ। ਸੰਗਤ ਜੀ, ਭਾਈ ਜੇਠਾ ਜੀ ਜਦੋਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਬਣਦੇ ਨੇ ਨਾ, ਸੇਵਾ ਪ੍ਰਵਾਨੀ ਜਾਂਦੀ ਹੈ। ਫਿਰ ਭਾਈ ਜੇਠਾ ਜੀ ਦਾ ਇਤਿਹਾਸ ਵੇਖਿਆ। ਗੁਰੂ ਰਾਮਦਾਸ ਮਹਾਰਾਜ ਜੀ ਦੇ ਇਤਿਹਾਸ ਦੇ ਉੱਤੇ ਨਿਗਾਹ ਪਈ। ਜੇਲਮ ਦੇ ਭਾਈ ਸੋਮਣ ਦੀ, ਇਤਿਹਾਸ ਵਿੱਚ ਭਾਈ ਸੋਮਾ ਸ਼ਾਹ ਵੀ ਕਹਿੰਦੇ ਨੇ। ਜਦੋਂ ਫਿਰ ਨਿਗਾਹ ਪਈ ਆ ਨਾ, ਇਸ ਭਾਈ ਸੋਮੇ ਸ਼ਾਹ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਕਰਕੇ ਸੰਗਤ ਜੀ ਮਹਾਰਾਜ ਜੀ ਦੀ ਤਰਜ਼ ਤੇ, ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹ ਘੁੰਗਣੀਆਂ ਵੇਚਣ ਦੀ ਕਿਰਤ ਸ਼ੁਰੂ ਕੀਤੀ ਹੈ। ਕਿੱਥੇ ਇਹ ਕਹਿੰਦਾ ਹੁੰਦਾ ਸੀ ਘਰ ਦੇ ਵਿੱਚ ਕੰਗਾਲੀ ਦਾ ਆਲਮ ਹੈ, ਇੱਕ ਡੰਗ ਦਾ ਗੁਜ਼ਾਰਾ ਵੀ ਮਸਾਂ ਹੀ ਚੱਲਦਾ ਹੈ। ਜਦੋਂ ਆਇਆ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ, ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਘੁੰਗਣੀਆਂ ਵੇਚਣ ਦੀ ਇਹ ਕਿਰਤ ਸ਼ੁਰੂ ਕੀਤੀ ਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਹਾਜ਼ਰੀ ਭਰਨੀ, ਸੇਵਾ ਕਰਨੀ, ਸਿਮਰਨ ਕਰਨਾ, ਆਪਣੀ ਕਿਰਤ ਕਰਨੀ। ਇੱਕ ਦਿਨ ਫਿਰ ਨਿਗਾਹ ਦੇ ਵਿੱਚ ਪ੍ਰਵਾਨਿਆ ਗਿਆ ਭਾਈ ਸੋਮਾ ਜੀ। ਇਤਿਹਾਸ ਕਹਿੰਦਾ ਹੈ ਲਗਾਤਾਰ 6 ਦਿਨ ਸੱਚੇ ਪਾਤਸ਼ਾਹ ਮਹਾਰਾਜ ਜੀ ਇਹਦੇ ਕੋਲ ਆਏ ਨੇ। 5 ਦਿਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਟਕ ਮੰਗੀ, ਮਿਸਤਰੀਆਂ ਮਜ਼ਦੂਰਾਂ ਦੇ ਵਿੱਚ ਵੰਡੀ। 6ਵੇਂ ਦਿਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮੰਗੀ ਨਹੀਂ। ਇਹ ਪ੍ਰੇਮ ਦਾ ਭਿੱਜਿਆ ਹੋਇਆ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਆਪ ਉੱਠ ਕੇ ਕਹਿੰਦਾ, ਮਹਾਰਾਜ ਜੀ ਆ ਅੱਜ ਦੀ ਵਟਕ ਹੈ। ਮੱਥੇ ਤਿਉੜੀ ਨਹੀਂ ਪਾਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਹ ਵਟਕ ਦੇ ਦਿੱਤੀ। ਮਹਾਰਾਜ ਜੀ ਨੇ ਸੰਗਤ ਜੀ ਉਹ ਆਪਣੀ ਗਲਵੱਕੜੀ ਦੇ ਵਿੱਚ ਲੈ ਲਿਆ ਭਾਈ ਸੋਮਾ ਜੀ ਨੂੰ।
ਉਹ ਵਟਕ ਤੇ ਕੁਝ ਹੋਰ ਪੈਸੇ ਭਾਈ ਸੋਮੇ ਨੂੰ ਆਪਣੇ ਕੋਲੋਂ ਦਿੱਤੇ ਨੇ। ਤਰੁੱਠੇ ਨੇ ਸੱਚੇ ਪਾਤਸ਼ਾਹ ਮਹਾਰਾਜ ਪ੍ਰਸੰਨਤਾ ਦੇ ਆਲਮ ਦੇ ਵਿੱਚ ਆਏ ਨੇ ਤੇ ਵਰ ਦਿੱਤਾ। ਸੋਮਾ ਸ਼ਾਹ ਵੇ ਪ੍ਰਵਾਹ, ਸੋਮਾ ਸ਼ਾਹ ਗੁਰੂ ਕਾ ਸ਼ਾਹ ਵੇ ਪ੍ਰਵਾਹ। ਤੇ ਅੱਜ ਵੀ ਕਿਸੇ ਨੂੰ ਕੋਈ ਸਬੂਤ ਚਾਹੀਦਾ, ਉਸ ਦੀ ਅੰਸ ਵੰਸ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਬੈਠੀ ਆ। ਦਿੱਲੀ ਦੇ ਵਿੱਚ ਵੀ ਉਹਨਾਂ ਦੇ ਪਰਿਵਾਰ ਨੇ ਸੰਗਤ ਜੀ, ਅੱਜ ਵੀ ਉਹਨਾਂ ਨੂੰ ਸ਼ਾਹ ਜੀ ਕਰਕੇ ਸੰਗਤ ਬੁਲਾਉਂਦੀ ਹੈ, ਉਹਨਾਂ ਦਾ ਸਤਿਕਾਰ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਮਹਾਰਾਜ ਭੱਟ ਸਾਹਿਬਾਨ ਕਹਿੰਦੇ ਨੇ, ਗੁਰੂ ਰਾਮਦਾਸ ਮਹਾਰਾਜ ਜੀ ਨੂੰ ਮਨ ਕਰਕੇ ਧਿਆ ਲਈਏ, ਮਨ ਕਰਕੇ ਕਹਿ ਦਈਏ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ। ਜੀਵ ਦਾ, ਗੁਰਸਿੱਖ ਦਾ ਕਾਮ ਤੇ ਕ੍ਰੋਧ ਨਾਸ ਹੋ ਜਾਂਦਾ ਹੈ। ਬਚਨਾ ਕਰਕੇ ਕਹਿ ਦਈਏ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ, ਦੁੱਖ ਦਰਿਦਰ ਦੂਰ ਹੋ ਜਾਂਦਾ ਹੈ। ਕਰਮਾਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰ ਲਈਏ, ਪਾਰਸ ਦੇ ਸਮਾਨ ਤੋਂ ਹੋ ਜਾਂਦਾ ਹੈ ਗੁਰਸਿੱਖ। ਰਵੀ ਭੱਟ ਕਹਿੰਦੇ ਨੇ, ਮਨਸਾ ਕਰ ਸਿਮਰੰਤ ਤੁਜੈ ਨਰ, ਕਾਮ ਕ੍ਰੋਧ ਮਿਟਿਓ ਜੋ ਤਿਣੰ, ਬਾਚਾ ਕਰ ਸਿਮਰੰਤ ਤੁਜੈ, ਤਿੰਨ ਦੁੱਖ ਦਰਿਦਰ ਮਿਟਿਓ ਜੋ ਖਿਣੰ। ਇੱਕ ਖਿਣ ਦੇ ਵਿੱਚ ਦਰਗਾਹ ਦੇ ਮਾਲਕ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ। ਇੱਕ ਖਿਣ ਦੇ ਵਿੱਚ ਜੀਵ ਦਾ ਦੁੱਖ ਦਰਿਦਰ ਮਿਟਾ ਦਿੰਦੇ ਨੇ। ਕਰਮ ਕਰ ਤੋ ਦਰਸ ਪਰਸ ਪਾਰਸ ਸਰ, ਬਲ ਪਟ ਜਸ ਗਾਇਓ, ਸ਼੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ, ਤੈ ਹਰ ਪਰਮ ਪਦ ਪਾਇਓ। ਅਗਲੇ ਸਵਈਏ ਦੇ ਵਿੱਚ ਰੱਬੀ ਭੱਟ ਫਰਮਾਉਂਦੇ ਨੇ, ਜਿਹ ਸਤਿਗੁਰ ਸਿਮਰੰਤ, ਨੈਣ ਕੇ ਤਿਮਰ ਮਿਟਹਿ ਖਿਨ। ਅੱਖਾਂ ਦੇ ਛੌੜ ਕੱਟੇ ਜਾਂਦੇ ਨੇ। ਜਿਹੜਾ ਜੀਵ, ਜਿਹੜਾ ਗੁਰਸਿੱਖ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਿਮਰਨ ਕਰਦਾ ਹੈ, ਹੁਣ ਅੱਖਾਂ ਦੇ ਛੌੜ ਕੀ ਹੈ? ਤਿਮਰ ਕਹਿੰਦੇ ਨੇ ਹਨੇਰੇ ਨੂੰ। ਬੁੱਧੀ ਰੂਪ ਨੇਤਰਾਂ ਦੇ ਉੱਤੋਂ ਅਗਿਆਨ ਰੂਪੀ ਹਨੇਰਾ ਮਹਾਰਾਜ ਜੀ ਦਾ ਸਿਮਰਨ ਕੀਤਿਆਂ ਖਤਮ ਹੋ ਜਾਂਦਾ ਹੈ। ਜਿਹ ਸਤਿਗੁਰ ਸਿਮਰੰਤ, ਨੈਣ ਕੇ ਤਿਮਰ ਮਿਟਹਿ ਖਿਨ। ਜਿਹ ਸਤਿਗੁਰ ਸਿਮਰੰਤ, ਹਿਰਦੈ ਹਰ ਨਾਮ ਦਿਨੋ ਦਿਨ। ਰੱਬੀ ਭੱਟ ਕਹਿੰਦੇ ਨੇ, ਜੇ ਕਿਸੇ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਨਾ ਜਪੇ, ਨਾ ਜਮੇ, ਨਾ ਵਸੇ, ਉਹ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਿਮਰਨ ਕਰ ਲਵੇ, ਮਹਾਰਾਜ ਜੀ ਨੂੰ ਧੰਨ ਕਹਿ ਦੇਵੇ। ਜਿਹ ਸਤਿਗੁਰ ਸਿਮਰੰਤ, ਹਿਰਦੈ ਹਰ ਨਾਮ ਦਿਨੋ ਦਿਨ। ਜਿਹ ਸਤਿਗੁਰ ਸਿਮਰੰਤ, ਜੀਉ ਕੀ ਤਪਤ ਮਿਟਾਵੈ। ਜਿਹ ਸਤਿਗੁਰ ਸਿਮਰੰਤ, ਰਿੱਧ ਸਿੱਧ ਨਵ ਨਿਧ ਪਾਵੈ। ਜੀ ਕੀ ਤਪਤ ਮਿਟਾਵੈ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਮਹਾਰਾਜ ਜੀ ਦਾ ਸਿਮਰਨ ਕੀਤਿਆਂ ਜਿਹੜੀ ਹਿਰਦੇ ਨੂੰ ਤਪਸ਼ ਲੱਗੀ ਹੋਈ ਹੈ ਨਾ, ਇਹਦੇ ਵਿੱਚ ਵਿਕਾਰ ਬੜੇ ਹੋਏ ਨੇ। ਈਰਖਾ, ਚੁਗਲੀ, ਨਿੰਦਿਆ, ਇਹਨਾਂ ਵਿਕਾਰਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਿਮਰਨ ਕੀਤਿਆਂ
ਦੂਰ ਕੀਤਾ ਜਾ ਸਕਦਾ ਜੇ ਕੋਈ ਗੁਰਸਿੱਖ ਇਹ ਚਾਹਵੇ ਕਿ ਮੈਂ ਇਹਨਾਂ ਨੂੰ ਦੂਰ ਕਰਨਾ, ਆਪਣੇ ਹਿਰਦੇ ਦੀ ਤਪਸ਼ ਨੂੰ ਮਿਟਾਉਣਾ ਹੋਵੇ ਤਾਂ। ਜਿਹ ਸਤਿਗੁਰ ਸਿਮਰੰਥ ਜੀਉ ਕੀ ਤਪਤ ਮਿਟਾਵੈ, ਜਿਹ ਸਤਿਗੁਰ ਸਿਮਰੰਥ ਰਿੱਧ ਸਿੱਧ ਨਾਭ ਨਿਧ ਪਾਵੈ। ਧੰਨ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਿਮਰਨ ਕੀਤਿਆਂ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਜੀਵ ਦੇ ਕੋਲ ਆ ਜਾਂਦੀਆਂ ਨੇ। ਪਰ ਚੇਤਾ ਰੱਖਿਆ ਜੇ ਗੁਰਸਿੱਖੋ, ਦਾਨੇ ਕਹਿੰਦੇ ਨੇ, ਮਹਾਂਪੁਰਸ਼ ਕਹਿੰਦੇ ਨੇ, ਇਹ ਇੱਕ ਪੜਾਅ ਆ, ਮੰਜ਼ਿਲ ਨਹੀਂ। ਰਿੱਧੀਆਂ ਸਿੱਧੀਆਂ ਇੱਕ ਪੜਾਅ ਜੇ, ਕੋਈ ਮੰਜ਼ਿਲ ਨਹੀਂ ਹੈ ਗੁਰਸਿੱਖ ਦੀ। ਅਖੀਰ ਤੇ ਕਹਿੰਦੇ ਨੇ ਭਾਈ ਸਾਰੀ ਸੰਗਤ ਵਿੱਚ ਜੋੜ ਮਿਲ ਕੇ ਬੈਠ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਧੰਨ ਧੰਨ ਆਖਿਆ ਕਰੋ। ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜਿਆ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਜੀਵ ਨੂੰ। ਅਖੀਰ ਦਾ ਵਚਨ ਹੈ, ਜਿਹ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੁ ਨਰਹੁ। ਐਸੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਭਾਈ ਸਿਮਰਨ ਕਰਿਆ ਕਰੋ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ ਨੇ। ਗੁਰਤਾ ਗੱਦੀ ਤੇ ਸੁਭਾਏਮਾਨ ਹੋਣ ਤੋਂ ਪਹਿਲਾਂ ਤੀਜੇ ਪਾਤਸ਼ਾਹ ਜੀ ਨੇ ਜਿਹੜਾ ਪਰਚਾ ਪਾਇਆ, ਉਹ ਥੜਿਆਂ ਵਾਲੀ ਸਾਖੀ ਆਪ ਜੀ ਨੇ ਸ਼ਾਇਦ ਸਰਵਣ ਕੀਤੀ ਹੋਵੇ। 7 ਦਿਨ ਲਗਾਤਾਰ ਪਰਚਾ ਪਿਆ। ਪਰ ਸੰਗਤ ਜੀ, ਹਿਰਦੇ ਦੇ ਵਿੱਚ ਪ੍ਰੇਮ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਵੱਡੇ ਜਵਾਈ ਨੇ ਭਾਈ ਰਾਮਾ ਜੀ, ਬੀਬੀ ਦਾਨੀ ਦੇ ਘਰ ਵਾਲੇ, ਉਹ ਇਸ ਪਰਖ ਦੇ ਵਿੱਚੋਂ ਫੇਲ ਹੋ ਜਾਂਦੇ ਨੇ। ਬੀਬੀ ਭਾਨੀ ਜੀ ਦੇ ਘਰ ਵਾਲੇ ਨੇ ਭਾਈ ਜੇਠਾ ਜੀ, ਸੇਵਾ ਸਿਮਰਨ ਨਾਲ ਪ੍ਰੇਮ ਵੀ ਹੈ। ਕੋਈ ਬੱਧਾ ਚੱਟੀ ਕਰਕੇ ਸੰਗਤ ਜੀ ਉਹ ਸੇਵਾ ਨਹੀਂ ਕਰਦੇ, ਨਾ ਸਿਮਰਨ ਕਰਦੇ ਨੇ, ਦਿਖਾਵੇ ਵਾਲਾ। ਕਦੇ ਵੀ ਇਹ ਦਿਖਾਇਆ ਨਹੀਂ ਕਿ ਮੈਂ ਗੁਰੂ ਮਹਾਰਾਜ ਜੀ ਦਾ ਜਵਾਈ ਹਾਂ। ਹਮੇਸ਼ਾ ਹੀ ਇਤਿਹਾਸ ਕਹਿੰਦਾ ਹੈ ਸੇਵਕੀ ਵਾਲਾ ਭਾਵ ਰੱਖਿਆ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਤੇ ਤਖਤ ਤੇ ਸੁਭਾਏਮਾਨ ਹੋਏ। ਜੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲੀ ਆ ਨਾ, ਜਦੋਂ ਤੀਜੇ ਪਾਤਸ਼ਾਹ ਮਹਾਰਾਜ ਘਟ ਘਟ ਕੇ ਅੰਤਰ ਕੀ ਜਾਣਤ, ਬੀਬੀ ਭਾਨੀ ਜੀ ਦੀ ਵੀ ਸੇਵਾ ਵੇਖੀ ਗਈ, ਸਿਦਕ ਵੇਖਿਆ ਗਿਆ, ਪਰਖਿਆ ਗਿਆ। ਮਹਾਰਾਜ ਜੀ ਨੇ ਆਖਿਆ, ਬੇਟੀ ਜੇ ਕਿਤੇ ਅਕਾਲ ਪੁਰਖ ਦੀ ਰਜ਼ਾ ਵਰਤੇ ਭਾਣਾ ਹੋਵੇ, ਤੇਰਾ ਪਤੀ ਜੇਠਾ ਚੜ੍ਹਾਈ ਕਰ ਜਾਵੇ, ਫਿਰ ਤੂੰ ਕੀ ਕਰੇਂਗੀ? ਇਤਿਹਾਸ ਦੇ ਵਿੱਚ ਇਹ ਵੀ ਲਿਖਿਆ ਆਉਂਦਾ ਹੈ ਕਿ ਉਸ ਵਕਤ ਦੀ ਸੁਹਾਗ ਦੀ ਨਿਸ਼ਾਨੀ ਨਥਣੀ ਬੀਬੀ ਭਾਨੀ ਜੀ ਨੇ ਖੋਲ ਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰੱਖ ਦਿੱਤੀ। ਸਿਰ ਤੇ ਚਿੱਟਾ ਦੁਪੱਟਾ ਲੈਣ ਦਾ ਵੀ ਜ਼ਿਕਰ ਆਉਂਦਾ ਹੈ। ਕਹਿਣ ਤੋਂ ਭਾਵ ਤੇ ਆਖਿਆ ਬੀਬੀ ਭਾਨੀ ਜੀ ਨੇ, ਪਿਤਾ ਜੀ, ਗੁਰੂ ਪਿਤਾ ਜੀ, ਮੈਂ ਆਪ ਜੀ ਦੇ ਭਾਣੇ ਨੂੰ ਮੰਨਾਂਗੀ, ਰਜ਼ਾ ਦੇ ਵਿੱਚ ਰਹਾਂਗੀ। ਸੇਵਾ ਵੇਖ ਕੇ, ਸਿਮਰਨ ਵੇਖ ਕੇ, ਪ੍ਰੇਮ ਦਾ ਭਾਂਡਾ ਵੇਖ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਬੇਟੀ ਨੂੰ ਆਖਿਆ ਕਿ ਮੈਂ ਤਾਂ ਤੈਨੂੰ ਆਖਿਆ ਸੀ, ਭਾਈ ਜੇਠਾ ਜੀ ਦੀ ਜਿਹੜੀ ਸੰਸਾਰਕ ਉਮਰ ਹੈ ਉਹ ਪੂਰੀ ਹੋ ਚੁੱਕੀ ਹੈ ਲਗਭਗ, ਪਰ ਤੁਹਾਡੀ ਸੇਵਾ ਨੂੰ, ਤੁਹਾਡੇ ਸਿਮਰਨ ਨੂੰ ਵੇਖ ਕਰਕੇ ਮੈਂ ਆਪਣੀ ਉਮਰ ਦੇ ਵਿੱਚੋਂ 6 ਸਾਲ 7 ਮਹੀਨੇ 6 ਸਾਲ 11 ਮਹੀਨੇ 17 ਦਿਨ ਤਕਰੀਬਨ 7 ਸਾਲ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠਾ ਜੀ ਨੂੰ, ਭਾਵ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਦਿੱਤੇ ਨੇ। ਗੁਰਤਾ ਗੱਦੀ ਦੇ ਤਖਤ ਤੇ ਸੁਭਾਏਮਾਨ ਹੋਏ, ਇੱਕ ਨਹੀਂ ਅਨੇਕਾਂ ਜੀਵਾਂ ਦਾ ਉਧਾਰ ਕੀਤਾ। ਤਪਦੇ ਹੋਏ ਹਿਰਦਿਆਂ ਨੂੰ ਠਾਰਿਆ। ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਵੀ ਸੰਗਤ ਪ੍ਰੇਮ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜੀ ਹੈ, ਮਹਾਰਾਜ ਜੀ ਦੀ ਕਿਰਪਾ ਦੀ ਬਦੌਲਤ ਉਹਨਾਂ ਦੇ ਕੋਲ ਰਿੱਧੀਆਂ ਸਿੱਧੀਆਂ ਨੇ। ਮੈਂ ਪਹਿਲਾਂ ਵੀ ਬੇਨਤੀ ਕੀਤੀ, ਰਿੱਧੀ ਸਿੱਧੀ ਇੱਕ ਪੜਾਅ ਜੇ, ਮੰਜ਼ਿਲ ਨਹੀਂ। ਭਾਈ ਆਦਮ ਆਇਆ ਪੁੱਤਰ ਦੀ
ਜਾਚਨਾ ਲੈ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੀ ਬਦੌਲਤ ਸੇਵਾ ਕੀਤੀ ਹੈ ਸੰਗਤ ਦੀ। ਤਰੁੱਠੇ ਨੇ ਕਰਮਾਂ ਦੇ ਵਿੱਚ, ਭਾਗਾਂ ਦੇ ਵਿੱਚ ਔਲਾਦ ਨਹੀਂ ਸੀ ਭਾਈ ਆਦਮ ਦੇ, ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਦੀ ਸੇਵਾ ਵੇਖੀ। ਸੇਵਾ ਕਿਸ ਤਰ੍ਹਾਂ? ਉਹਨੇ ਸੰਗਤ ਦੀ ਖੁਸ਼ੀ ਲਈ ਸੰਗਤ ਦੀ ਸੇਵਾ ਕੀਤੀ ਆ। ਉਸ ਸੇਵਾ ਤੋਂ ਪ੍ਰਸੰਨ ਹੋ ਕਰਕੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਵਚਨ ਕੀਤੇ, ਭਾਈ ਆਦਮ ਜੀ, ਤੁਹਾਡੇ ਕਰਮਾਂ ਦੇ ਵਿੱਚ, ਭਾਗਾਂ ਦੇ ਵਿੱਚ ਕੋਈ ਔਲਾਦ ਨਹੀਂ, ਪਰ ਤੁਸੀਂ ਗੁਰੂ ਨਾਨਕ ਦੀ ਸੰਗਤ ਦੀ ਖੁਸ਼ੀ ਲਈ ਹੈ, ਸੇਵਾ ਕੀਤੀ ਹੈ, ਪ੍ਰਸੰਨਤਾ ਲਈ ਹੈ। ਸਾਡੇ ਘਰ 3 ਪੁੱਤਰ ਪ੍ਰਕਾਸ਼ ਹੋ ਚੁੱਕੇ ਨੇ, ਪ੍ਰਗਟ ਹੋ ਚੁੱਕੇ ਨੇ। ਜਿਹੜਾ ਚੌਥਾ ਸਾਡੇ ਘਰ ਪ੍ਰਗਟ ਹੋਣਾ ਸੀ ਉਹ ਅਸੀਂ ਤੁਹਾਨੂੰ ਦਿੱਤਾ। ਉਹ ਭਗਤੀ ਵਾਲਾ ਹੋਵੇਗਾ, ਭਾਰੀ ਪੁਰਖ ਹੋਵੇਗਾ, ਇਸ ਕਰਕੇ ਉਸ ਦਾ ਨਾਮ ਭਾਈ ਭਗਤੂ ਰੱਖਣਾ ਜੇ। ਇਤਿਹਾਸ ਕਹਿੰਦਾ ਹੈ ਮਹਾਰਾਜ ਜੀ ਦੀ ਖੁਸ਼ੀ ਲੈ ਕੇ ਆਗਿਆ ਦੇ ਨਾਲ ਨਗਰ ਭੁੱਚੋਂ ਚਲੇ ਜਾਂਦੇ ਨੇ। ਸਾਲ ਬਾਅਦ ਇਹਨਾਂ ਦੇ ਘਰ ਪੁੱਤਰ ਜਨਮ ਲੈਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੀ ਬਦੌਲਤ, ਆਗਿਆ ਦੇ ਨਾਲ, ਫਿਰ ਇਸ ਪੁੱਤਰ ਦਾ ਨਾਮ ਭਗਤੂ ਰੱਖਿਆ ਜਾਂਦਾ ਹੈ। ਦੁਨੀਆ ਦੇ ਵਿੱਚ ਭਾਈ ਭਗਤੂ ਜੀ ਕਰਕੇ ਪ੍ਰਸਿੱਧ ਹੋਏ। ਇੱਕ ਨਹੀਂ ਅਨੇਕਾਂ ਸਾਖੀਆਂ ਇਤਿਹਾਸ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੀਆਂ ਨੇ। ਇੱਕ ਛੋਟਾ ਜਿਹਾ ਨੁਕਤਾ ਸਾਂਝਾ ਕਰਕੇ ਮੈਂ ਸਮਾਪਤੀ ਕਰ ਦੇਵਾਂ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਜਦੋਂ ਗੁਰਤਾ ਗੱਦੀ ਦਿੱਤੀ ਹੈ ਨਾ, ਸੇਵਾ ਵੇਖੀ। ਬੇਸ਼ੱਕ ਪੁੱਤਰ ਕਲਪੇ ਨੇ, ਰੋਸ ਕੀਤਾ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਵੇਖੀ। ਭਾਈ ਦਾਤੂ ਜੀ, ਭਾਈ ਦਾਸੂ ਜੀ ਇਹ ਰੋਸ ਕਰਦੇ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਜੇਠਾ ਜੀ ਦੀ, ਭਾਵ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਸੇਵਾ ਵੇਖੀ। ਬਾਬਾ ਮੋਹਨ ਜੀ ਇਹ ਰੋਸ ਕਰਦੇ ਨੇ, ਚਰਨੀ ਨਹੀਂ ਟੱਠੇ, ਚਰਨੀ ਨਹੀਂ ਪਏ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਇੱਕ ਗੁਰੂ ਸੁੱਤ ਦਾ ਜ਼ਿਕਰ ਆਉਂਦਾ ਹੈ। ਉਹ ਹੈ ਭਾਈ ਮੋਹਰੀ ਜੀ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਪੁੱਤਰ। ਮੋਹਰੀ ਪੁੱਤ ਸਨਮੁਖ ਹੋਇਆ, ਰਾਮ ਦਾਸੈ ਪੈਰੀ ਪਾਏ ਜੀਓ। ਬਾਬਾ ਮੋਹਰੀ ਜੀ ਨੇ ਪਰਿਵਾਰ ਦੇ ਸਮੇਤ ਮੱਥਾ ਟੇਕਿਆ, ਬਾਬਾ ਮੋਹਨ ਜੀ ਨੇ ਨਹੀਂ ਟੇਕਿਆ। ਜਦੋਂ ਚੌਥੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਨਾ, ਉਸ ਵਕਤ ਬਾਬਾ ਪ੍ਰਿਥੀ ਚੰਦ ਜੀ ਨੇ ਗੁੱਸਾ ਕੀਤਾ। ਇਹ ਗੁੱਸਾ ਇੱਕ ਦਿਨ ਦੁਸ਼ਮਣੀ ਦੇ ਵਿੱਚ ਬਦਲਿਆ। ਜਿਹੜੀ ਗੱਲ ਮੈਂ ਆਪ ਜੀ ਦੇ ਨਾਲ ਨੁਕਤਾ ਸਾਂਝਾ ਕਰਨ ਲੱਗਿਆ ਸੰਗਤ ਜੀ, ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਗਈ ਹੈ ਨਾ, ਪੰਜਵੇਂ ਪਾਤਸ਼ਾਹ ਜੀ ਨੂੰ, ਬਾਬਾ ਪ੍ਰਿਥੀ ਚੰਦ ਜੀ ਆਪਣੇ ਗੁਰੂ ਪਿਤਾ ਦੇ ਨਾਲ ਝਗੜਾ ਕਰਦੇ ਨੇ ਕਿ ਮੈਂ ਵੱਡਾ ਹਾਂ, ਇਸ ਗੁਰਤਾ ਗੱਦੀ ਤੇ ਮੇਰਾ ਹੱਕ ਬਣਦਾ। ਉਹ ਹੱਕ ਸਮਝਦੇ ਸੀ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜਾ ਸਮਝਾਇਆ, ਬੇਟਾ ਪ੍ਰਿਥੀ ਚੰਦ ਜੀ, ਇਹ ਕਿਸੇ ਦੀ ਨਿੱਜੀ ਜਾਇਦਾਦ ਨਹੀਂ, ਇਹ ਧੁਰ ਦੀ ਵਸਤੂ ਹੈ, ਜਿਸ ਦੀ ਸੀ ਉਹ ਲੈ ਗਿਆ। ਪਰ ਨਹੀਂ ਸਮਝੇ। ਉਸ ਵਕਤ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਜੀ ਨੂੰ ਸਮਝਾਉਣ ਦੇ ਵਾਸਤੇ ਇੱਕ ਸ਼ਬਦ ਉਚਾਰਿਆ, ਗੁਰਬਾਣੀ ਜੀ ਦੇ ਵਿੱਚ ਆ। ਉਸ ਵਕਤ ਮਹਾਰਾਜ ਜੀ ਨੇ ਬਾਬਾ ਪ੍ਰਿਥੀ ਚੰਦ ਜੀ ਨੂੰ ਸਮਝਾਇਆ। ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮੇਰੇ ਸਮੇਤ ਆਪਾਂ ਸਾਰਿਆਂ ਨੂੰ ਸਮਝਾ ਰਹੇ ਨੇ। ਉਹ ਸ਼ਬਦ ਪਤਾ ਕੀ ਆ? ਮਹਾਰਾਜ ਕਹਿੰਦੇ ਨੇ, ਕਾਹੇ ਪੂਤ ਝਗਰਤ ਹਉ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ, ਤਿਨ ਸਿਓ ਝਗਰਤ ਪਾਪ।
ਜਿਹੜੇ ਬੱਚੇ ਜਿਹੜੀ ਔਲਾਦ ਆਪਣੇ ਮਾਪਿਆਂ ਦੇ ਨਾਲ ਝਗੜਾ ਕਰਦੀ ਆ, ਇੱਥੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਪ ਦਾ ਜ਼ਿਕਰ ਕੀਤਾ ਜੀ। ਜਿਹੜੇ ਬੱਚੇ ਜਿਹੜੀ ਔਲਾਦ ਆਪਣੇ ਮਾਪਿਆਂ ਦੇ ਨਾਲ ਝਗੜਾ ਕਰਦੀ, ਮਾਪਿਆਂ ਦਾ ਨਿਰਾਦਰ ਕਰਦੀ ਹੈ, ਫਿਰ ਉਹ ਆਪਣੇ ਸਿਰਾਂ ਦੇ ਉੱਤੇ ਪਾਪਾਂ ਦੀਆਂ ਪੰਡਾਂ ਚੁੱਕੀ ਫਿਰਦੇ ਨੇ, ਕਿਤੇ ਢੋਈ ਨਹੀਂ ਮਿਲਦੀ। ਉਹ ਜਿਤਨੇ ਮਰਜੀ ਨੇਮ ਕਰ ਲੈਣ, ਉਹ ਜਿਤਨੇ ਮਰਜੀ ਸਾਧ ਸੰਗਤ ਜੀਓ ਧਰਤੀ ਦਾ ਭ੍ਰਮਣ ਕਰ ਲੈਣ, ਤੀਰਥਾਂ ਦੇ ਇਸ਼ਨਾਨ ਕਰ ਲੈਣ, ਜਦੋਂ ਤੱਕ ਆਪਣੇ ਮਾਤਾ ਪਿਤਾ ਦਾ ਸਤਿਕਾਰ ਨਹੀਂ ਨਾ ਕੀਤਾ, ਗੁਰੂ ਦਰ ਤੇ ਪ੍ਰਵਾਨਿਆ ਨਹੀਂ ਜਾਵੇਗਾ, ਨਹੀਂ ਪ੍ਰਵਾਨਿਆ ਜਾਵੇਗਾ। ਇਹ ਮਹਾਰਾਜ ਜੀ ਦਾ ਸਾਡੇ ਸਾਰਿਆਂ ਦੇ ਬਾਬਤ ਹੁਕਮ ਹੈ। ਭਾਈ ਗੁਰਦਾਸ ਸਾਹਿਬ ਜੀ ਵੀ ਸਮਝਾਉਂਦੇ ਨੇ, ਆ ਜੀਵ ਜੰਮੇ ਸਾਈਂ ਵਿਸਾਰਿਆ, ਵਿਵਾਹਿਆ ਮਾਂ ਪਿਓ ਵਿਸਾਰੇ। ਆਲੇ ਦੁਆਲੇ ਨਿਗਾਹ ਮਾਰ ਕੇ ਦੇਖਿਆ ਜੇ ਸੰਗਤ ਜੀ, ਕਿਤਨੇ ਬਿਰਧ ਆਸ਼ਰਮ ਖੁੱਲ ਚੁੱਕੇ ਨੇ। ਹੈਰਾਨੀ ਉਸ ਵਕਤ ਹੋਈ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਇੱਕ ਬਿਰਧ ਆਸ਼ਰਮ ਦਾ ਨਾਂ ਤੀਜੇ ਪਾਤਸ਼ਾਹ ਮਹਾਰਾਜ ਜੀ ਦੇ ਨਾਂ ਤੇ ਵੇਖਿਆ। ਹੈਰਾਨੀ ਹੋ ਗਈ। ਮਹਾਰਾਜ ਕਹਿੰਦੇ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ। ਜਿਹੜੀ ਔਲਾਦ, ਜਿਹੜੇ ਬੱਚੇ ਆਪਣੇ ਮਾਪਿਆਂ ਦਾ ਨਿਰਾਦਰ ਕਰਦੇ ਨੇ ਨਾ, ਉਹਨਾਂ ਨੂੰ ਕਿਤੇ ਢੋਈ ਨਹੀਂ ਮਿਲਣੀ। ਸਿਰ ਦੇ ਉੱਤੇ ਪਾਪਾਂ ਦੀ ਪੰਡ ਹੈ। ਉਦੋਂ ਤੱਕ ਗੁਰੂ ਦਰ ਤੇ ਪ੍ਰਵਾਨਿਆ ਨਹੀਂ ਜਾਵੇਗਾ, ਜਿਤਨੇ ਮਰਜੀ ਨੇਮ ਕਰ ਲਈ, ਤੇਰਾ ਗੁਰੂ ਤੈਨੂੰ ਕਹਿੰਦਾ ਹੈ, ਗੁਰੂ ਦਾ ਹੁਕਮ ਹੈ। ਜਦੋਂ ਤੱਕ ਗੁਰੂ ਦਾ ਹੁਕਮ ਨਾ ਮੰਨਿਆ, ਪ੍ਰਵਾਨਿਆ ਨਹੀਂ ਜਾਵੇਗਾ। ਜਿਹੜੇ ਹੁਕਮ ਮੰਨ ਲੈਂਦੇ ਨੇ, ਮਹਾਰਾਜ ਕਹਿੰਦੇ ਨੇ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਾਸਮੈ ਕਾ ਮਹਿਲ ਪਾਏ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਉਦੋਂ ਹੀ ਪ੍ਰਵਾਨੇ ਜਾਵਾਂਗੇ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਨੂੰ ਮੰਨਾਂਗੇ। ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ, ਹਰ ਹਰ ਉਤਮ ਬਾਣੀ। ਮਹਾਰਾਜ ਕਹਿੰਦੇ ਨੇ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰਬਾਨੀ। ਕਾਲ ਥਾਂ ਉਸ ਦੀ ਹੀ ਪਵੇਗੀ ਜਿਹੜਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਗਿਆ ਨੂੰ ਸੱਚਾ ਕਰਕੇ, ਸਤ ਸਤ ਕਰਕੇ ਮੰਨੇਗਾ। ਸੰਗਤ ਜੀ, ਆਪਣੇ ਗੁਰੂ ਦੇ ਉੱਤੇ ਵਿਸ਼ਵਾਸ ਰੱਖੋ। ਜੋ ਤੁਹਾਡਾ ਗੁਰੂ ਤੁਹਾਨੂੰ ਕਹਿੰਦਾ ਜੇ, ਉਸ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲੋ। ਸਮਾਂ ਨਹੀਂ ਕਿ ਅਗਲੀ ਵਿਚਾਰ ਤੁਹਾਡੇ ਨਾਲ ਸਾਂਝ ਪਾਈ ਜਾਵੇ। ਮੈਂ ਇੱਕ ਗੱਲ ਕਹਿ ਦਿਆਂ, ਨਿਸ਼ਚੇ ਦੇ ਨਾਲ, ਦ੍ਰਿੜ ਨਿਸ਼ਚਾ ਜੇ, ਵਿਸ਼ਵਾਸ ਦੇ ਨਾਲ, ਪ੍ਰੇਮ ਦਾ ਭਾਂਡਾ ਬਣਾ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਤੁਸੀਂ ਜੋ ਮੰਗੋਗੇ ਤੁਹਾਨੂੰ ਉਹੀ ਮਿਲੇਗਾ। ਗੁਰਮਤਿ ਦੇ ਆਸ਼ੇ ਦੇ ਅਨੁਸਾਰ ਪ੍ਰੇਮ ਦਾ ਭਾਂਡਾ ਬਣਾ ਕਰਕੇ ਦ੍ਰਿੜ ਨਿਸ਼ਚੇ ਦੇ ਨਾਲ ਮੰਗ ਕੇ ਜ਼ਰੂਰ ਵੇਖਿਆ ਜੇ, ਪਰ ਉਹ ਤੋਂ ਪਹਿਲਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਨੂੰ ਜ਼ਰੂਰ ਮੰਨਿਓ। ਕਿਸੇ ਪ੍ਰਕਾਰ ਦੀ ਕੋਈ ਵੀ ਤੋਟ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਨਹੀਂ ਰਹੇਗੀ। ਮੈਂ ਇਹ ਗੱਲ ਇਸ ਕਰਕੇ ਸੰਸਾਰੀ ਕੀਤੀ ਆ ਕਿਉਂਕਿ ਅਜੋਕੇ ਸਮੇਂ ਦੇ ਵਿੱਚ ਸਾਡੇ ਵਿੱਚੋਂ ਹੀ ਕੁਝ ਕੁ ਪਰਿਵਾਰ, ਖਾਸ ਕਰਕੇ ਤੁਹਾਡੇ ਆ ਇਲਾਕਿਆਂ ਦੇ ਵਿੱਚ, ਈਸਾਈਅਤ ਦੇ ਵਿੱਚ ਜਾ ਰਹੇ ਨੇ, ਸਿਰਫ ਇੱਕ ਲਾਲਚ ਕਰਕੇ। ਜੇ ਤੁਹਾਡੀ ਉਹ ਮੰਗ, ਉਹ ਲੋੜ ਇੱਥੋਂ ਨਾ ਪੂਰੀ ਹੁੰਦੀ ਹੋਵੇ ਤਾਂ ਤੁਸੀਂ ਦੂਜੇ ਪਾਸੇ ਜਾਓ ਨਾ। ਕਿਉਂ ਕਿਸੇ ਮਨੁੱਖ ਦੀ ਗੁਲਾਮੀ ਨੂੰ ਕਬੂਲ ਕਰਦੇ ਹੋ? ਕਿਉਂ ਆਤਮਿਕ ਮੌਤੇ ਮਰਦੇ ਹੋ? ਦੂਸਰਿਆਂ ਦੇ ਵਿੱਚ ਜਾਣਾ ਚੇਤਾ ਰੱਖਿਆ ਜੇ, ਇਹ ਆਤਮਿਕ ਮੌਤ ਮਰਨਾ ਹੈ। ਕੋਈ ਇੱਜ਼ਤ ਨਹੀਂ, ਕੋਈ ਪੱਤ ਨਹੀਂ, ਦੂਸਰਿਆਂ ਦੀ ਅਧੀਨਗੀ ਕਬੂਲ ਕਰਨੀ ਹੈ। ਉਹਨਾਂ ਦੀ ਗੁਲਾਮੀ, ਗੁਲਾਮ ਬਣ ਜਾਂਦੇ ਹੋ।
ਬੇਨਤੀ ਹੈ ਭਾਈ, ਤੁਹਾਨੂੰ ਕਿਸੇ ਵੀ ਕੋਈ ਵੀ ਪਦਾਰਥ ਦੀ ਲੋੜ ਹੈ, ਗੁਰੂ ਦਾ ਹੁਕਮ ਮੰਨ ਲਓ। ਮੈਂ ਪਹਿਲਾਂ ਵੀ ਬੇਨਤੀ ਕੀਤੀ, ਰਿੱਧੀਆਂ ਸਿੱਧੀਆਂ ਇੱਕ ਪੜਾਅ ਨੇ। ਕਿਸੇ ਪ੍ਰਕਾਰ ਦੀ ਜੀਵ ਦੇ ਕੋਲ, ਗੁਰਸਿੱਖ ਦੇ ਕੋਲ ਕੋਈ ਤੋਟ ਨਹੀਂ ਰਹਿੰਦੀ। ਸਿੱਧ ਮੰਗੋਗੇ ਸਾਰੇ ਪਦਾਰਥ ਆ ਜਾਂਦੇ ਨੇ ਦੁਨੀਆ ਦੇ, ਬ੍ਰਹਿਮੰਡ ਦੇ ਸਿੱਧ ਦੇ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਰਗਾਹ ਦੇ ਮਾਲਕ ਨੇ, ਸਮਰੱਥ ਨੇ, ਤੁਹਾਨੂੰ ਸਭ ਕੁਝ ਮਿਲ ਜਾਵੇਗਾ। ਬੁੱਧ ਮੰਗੋਗੇ ਸਾਰੀ ਅਕਲ, ਸਾਰਾ ਗਿਆਨ ਬ੍ਰਹਿਮੰਡ ਦਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਹਾਨੂੰ ਦਿੰਦੇ ਨੇ। ਪਰ ਮੰਗਣ ਤੋਂ ਪਹਿਲਾਂ ਮਹਾਰਾਜ ਜੀ ਦਾ ਹੁਕਮ ਮੰਨਿਓ। ਮਹਾਰਾਜ ਜੀ ਦੇ ਹੁਕਮ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਿਓ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਮੇਰਾ ਜੀਵਨ ਸ਼ੁਰੂ ਹੋਇਆ ਸੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਜਦੋਂ ਹੁਕਮ ਮੰਨਿਆ ਪ੍ਰਾਪਤੀ ਕੀ ਹੋਈ? ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਇਹ ਪ੍ਰਾਪਤੀ ਹੋਈ ਜੀ। ਪਰ ਹੋਈ ਮਹਾਰਾਜ ਜੀ ਦੇ ਹੁਕਮ ਦੇ ਅੰਦਰ ਚੱਲਣ ਦੇ ਨਾਲ। ਸਾਨੂੰ ਸਾਰਿਆਂ ਨੂੰ ਹੁਕਮ ਹੈ ਭਾਈ, ਆਪਣੇ ਗੁਰੂ ਦਾ, ਆਪਣੇ ਇਸ਼ਟ ਦਾ ਹੁਕਮ ਮੰਨੋ। ਮਹਾਰਾਜ ਕਹਿੰਦੇ ਨੇ, ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੇ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਅੰਮ੍ਰਿਤ ਵੇਲਾ ਸੰਭੋ, ਗੁਰੂ ਵਾਲੇ ਬਣੋ। ਕਲਗੀਧਰ ਪਾਤਸ਼ਾਹ ਮਹਾਰਾਜ ਸਾਨੂੰ ਸਾਰਿਆਂ ਨੂੰ ਇਹ ਹੁਕਮ ਕਰ ਰਹੇ ਨੇ, ਭਾਈ ਆਓ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਵਾਸੀ ਬਣੋ। ਕੇਸਗੜ੍ਹ ਸਾਹਿਬ ਜੀ ਦਾ ਆਪਣਾ ਜਨਮ ਬਣਾਵੋ। ਤਾਈਓ ਸੰਗਤ ਜੀਓ ਸਾਡਾ ਸਾਰਿਆਂ ਦਾ ਲੋਕ ਸੁਖੀਆ, ਪਰ ਲੋਕ ਸੁਹੇਲਾ ਹੋਵੇਗਾ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਾਰੀਆਂ ਸੰਗਤਾਂ ਦਾ ਧੰਨਵਾਦ, ਮਹਾਂਪੁਰਸ਼ਾਂ ਦਾ ਧੰਨਵਾਦ, ਕੋਟਾਨ ਕੋਟ ਧੰਨਵਾਦ। ਸ਼ੁਕਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਦੀ ਕਿਰਪਾ ਦੀ ਬਦੌਲਤ ਆਪ ਜੀਆਂ ਦੇ ਦਰਸ਼ਨ ਹੋਏ। ਭੁੱਲ ਚੁੱਕ ਦੀ ਖਿਮਾ, ਫਤਿਹ ਬੁਲਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬਾਨ ਜੀ ਦਾ, ਜਿਨ੍ਹਾਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਨਾ ਕੀਤਾ ਹੈ। ਹੁਣ ਗੁਰੂ ਘਰ ਦੀ ਬਖਸ਼ਿਸ਼ ਸਨਮਾਨ ਚਿੰਨ੍ਹ ਸਿੰਘ ਸਾਹਿਬ ਨੂੰ ਭੇਟ ਕੀਤਾ ਜਾਵੇਗਾ। ਪ੍ਰਵਾਨ ਕਰਨ ਆਓ ਹੁਣ ਭਾਈ ਸਾਹਿਬ ਭਾਈ ਗੁਰਭੇਜ ਸਿੰਘ ਜੀ ਖਾਲਸਾ, ਜੋ ਆਪ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਨਗੇ। ਫਿਰ ਉਹੀ ਬੇਨਤੀ ਹੈ, ਸਾਲ ਬਾਅਦ ਸਮਾਂ ਆਇਆ ਹੈ, ਸਮੇਂ ਨੂੰ ਸੰਭਾਲੀਏ, ਇੱਕ ਇੱਕ ਸ਼ਬਦ ਨੂੰ ਪੱਲੇ ਬੰਨੀਏ। ਨਾਲ ਬੇਨਤੀ, ਕੱਲ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਪ੍ਰਾਣੀਆਂ ਨਹੀਂ ਅੰਮ੍ਰਿਤ ਛਕਿਆ, ਗੁਰੂ ਵਾਲੇ ਬਣੋ। ਸਵੇਰੇ ਅੰਮ੍ਰਿਤ ਸੰਚਾਰ ਹੋਣਾ ਹੈ। ਕਕਾਰ ਗੁਰਦੁਆਰਾ ਸਾਹਿਬ ਦੇ ਅੰਦਰ ਮਿਲ ਰਹੇ ਨੇ, ਬੇਨਤੀ ਮੰਨਿਓ। ਆਓ ਹੁਣ ਭਾਈ ਸਾਹਿਬ ਭਾਈ ਗੁਰਭੇਜ ਸਿੰਘ ਜੀ ਕੋ ਸਾਹਿਬਾਂ ਦੀ ਵਡਿਆਈ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।